ਦਾਂਗੇ ਕਿ ਉਤਪਤ ਦਾ ਅਸੀਂ 50ਵੇਂ ਭਾਵ ਦੇ ਵਿੱਚ ਆ ਗਏ, ਆਖਰੀ ਚੈਪਟਰ ਦੇ ਵਿੱਚ। ਔਰ ਆਓ ਅਸੀਂ 50ਵਾਂ ਚੈਪਟਰ ਉਸਦੀ 1 ਆਇਤ ਤੋਂ ਲੈ ਕੇ 14 ਆਇਤ ਤੱਕ ਜਿਸ ਨੂੰ ਮਿਲ ਜਾਏ ਉਸ ਨੂੰ ਇੱਕ ਵਾਰੀ ਪੜ੍ਹਦੇ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਯੂਸਫ ਆਪਣੇ ਪਿਓ ਉੱਤੇ ਡਿੱਗ ਪਿਆ ਤੇ ਉਸਨੇ ਰੋਂਦਿਆਂ ਹੋਇਆਂ ਆਪਣੇ ਪਿਤਾ ਦਾ ਮੂੰਹ ਚੁੰਮਿਆ। ਫਿਰ ਯੂਸਫ ਨੇ ਆਪਣੇ ਨੌਕਰਾਂ ਅਤੇ ਵੈਦਾਂ ਨੂੰ ਆਪਣੇ ਪਿਤਾ ਵਿੱਚ ਸੁਗੰਧੀਆਂ ਭਰਨ ਦੇ ਲਈ ਕਿਹਾ। ਉਹਨਾਂ ਨੇ ਇਸੇ ਤਰ੍ਹਾਂ ਕੀਤਾ। 40 ਦਿਨ ਇਸ ਕੰਮ ਦੇ ਕਰਨ ਵਿੱਚ ਲੱਗੇ। ਮਿਸਰੀਆਂ ਨੇ ਯੂਸਫ ਦੇ ਪਿਤਾ ਲਈ 70 ਦਿਨਾਂ ਤੱਕ ਸੋਗ ਕੀਤਾ। ਜਦੋਂ ਸੋਗ ਦੇ ਦਿਨ ਪੂਰੇ ਹੋ ਗਏ ਤਾਂ ਯੂਸਫ ਨੇ ਰਾਜਾ ਫਿਰੌਨ ਦੇ ਘਰ ਦੇ ਲੋਕਾਂ ਨੂੰ ਕਿਹਾ, ਕਿਰਪਾ ਰਾਜਾ ਨੂੰ ਮੇਰੇ ਵੱਲੋਂ ਇਹ ਸੰਦੇਸ਼ ਦੇਵੋ, ਮੇਰੇ ਪਿਤਾ ਨੇ ਮਰਨ ਸਮੇਂ ਮੇਰੇ ਕੋਲੋਂ ਇਹ ਸਹੁੰ ਚੁਕਾਈ ਸੀ ਕਿ ਮੈਂ ਉਸਨੂੰ ਕਨਾਨ ਦੇਸ਼ ਵਿੱਚ ਉਸਦੀ ਬਣਾਈ ਹੀ ਕਬਰ ਵਿੱਚ ਦਫਨਾਵਾਂ। ਇਸ ਲਈ ਮੈਨੂੰ ਇਹ ਕੰਮ ਕਰਨ ਲਈ ਜਾਣ ਦਿਓ। ਮੈਂ ਆਪਣੇ ਪਿਤਾ ਨੂੰ ਦਫਨਾ ਕੇ ਆ ਜਾਵਾਂਗਾ। ਰਾਜਾ ਨੇ ਉੱਤਰ ਦਿੱਤਾ, ਤੂੰ ਆਪਣੀ ਚੁੱਕੀ ਸਹੁੰ ਅਨੁਸਾਰ ਆਪਣੇ ਪਿਤਾ ਨੂੰ ਦਫਨਾ। ਸੋ ਯੂਸਫ ਆਪਣੇ ਪਿਤਾ ਨੂੰ ਦਫਨਾਉਣ ਦੇ ਲਈ ਗਿਆ। ਉਸਦੇ ਨਾਲ ਰਾਜਾ ਦੇ ਸਭ ਉੱਚ ਅਧਿਕਾਰੀ ਅਤੇ ਮਿਸਰ ਦੇ ਆਗੂ ਲੋਕ ਗਏ। ਉਸਦੇ ਭਰਾ ਅਤੇ ਘਰ ਦੇ ਲੋਕ ਵੀ ਉਸਦੇ ਨਾਲ ਗਏ। ਪਿੱਛੇ ਗੋਸ਼ਾਨ ਵਿੱਚ ਕੇਵਲ ਛੋਟੇ ਬੱਚੇ ਅਤੇ ਉਹਨਾਂ ਦੀਆਂ ਭੇਡਾਂ ਬੱਕਰੀਆਂ ਅਤੇ ਮਾਲ ਡੰਗਰ ਹੀ ਰਹੇ। ਰੱਥ ਅਤੇ ਘੋੜਸਵਾਰ ਵੀ ਯੂਸਫ ਦੇ ਨਾਲ ਗਏ। ਇਸੇ ਤਰ੍ਹਾਂ ਉਹ ਇੱਕ ਵੱਡਾ ਲੋਕਾਂ ਦਾ ਦਲ ਸੀ ਜੋ ਉਸਦੇ ਨਾਲ ਗਿਆ। ਫਿਰ ਜਦੋਂ ਉਹ ਅਤਾਦ ਦੇ ਪਿੜਾਂ ਕੋਲ ਪਹੁੰਚੇ ਜੋ ਜਰਦਨ ਦਰਿਆ ਦੇ ਦੂਜੇ ਪਾਸੇ ਹੈ, ਤਾਂ ਉੱਥੇ ਉਹਨਾਂ ਵੱਡਾ ਸੋਗ ਕੀਤਾ। ਯੂਸਫ ਨੇ ਉੱਥੇ ਆਪਣੇ ਪਿਤਾ ਦੇ ਲਈ 7 ਦਿਨਾਂ ਤੱਕ ਸੋਗ ਮਨਾਇਆ। ਜਦੋਂ ਕਨਾਨੀ ਲੋਕਾਂ ਨੇ ਅਤਾਦ ਦੀ ਥਾਂ ਦੇ ਲਾਗੇ ਇਹ ਵੱਡਾ ਸੋਗ ਹੁੰਦਾ ਦੇਖਿਆ ਤਾਂ ਉਹ ਬੋਲੇ, ਇਹ ਮਿਸਰੀ ਲੋਕਾਂ ਦਾ ਕੋਈ ਭਾਰੀ ਸੋਗ ਹੈ। ਇਸੇ ਕਾਰਨ ਉਸ ਥਾਂ ਦਾ ਨਾਂ ਆਬੇਲ ਮਿਸਰਾਇਮ ਪੈ ਗਿਆ। ਇਸ ਤਰ੍ਹਾਂ ਯਾਕੂਬ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ। ਉਹ ਆਪਣੇ ਪਿਤਾ ਦੀ ਲਾਸ਼ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸਨੂੰ ਮਕਫਲੇ ਦੇ ਖੇਤ ਵਿੱਚ ਮਮਰੇ ਦੇ ਲਾਗੇ ਦਫਨਾਇਆ। ਇਹ ਖੇਤ ਅਬਰਾਹਮ ਨੇ ਅਫਰੋਮ ਹਿੱਤੀ ਤੋਂ ਆਪਣੇ ਕਬਰਸਤਾਨ ਦੇ ਲਈ ਮੁੱਲ ਲਿਆ ਸੀ। ਫਿਰ ਇਹ ਕਰਨ ਪਿੱਛੋਂ ਯੂਸਫ ਆਪਣੇ ਭਰਾਵਾਂ ਅਤੇ ਜੋ ਲੋਕ ਉਹਨਾਂ ਨਾਲ ਗਏ ਸਨ ਸਮੇਤ ਵਾਪਸ ਮਿਸਰ ਵਿੱਚ ਮੁੜ ਆਇਆ। ਸੋ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਭੂ ਨੇ ਇੱਕ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਉਸਨੇ ਕਿੱਡਾ ਵੱਡਾ ਮਾਣ ਦਿੱਤਾ। ਯੂਸਫ ਦੇ ਰਾਹੀਂ ਉਸਨੂੰ ਉਸ ਦੇਸ਼ ਦੇ ਵਿੱਚੋਂ ਐਡਾ ਵੱਡਾ ਮਾਣ ਮਿਲਿਆ। ਔਰ ਅਸੀਂ ਜਿਸ ਵੇਲੇ ਆਪਣੀ ਵੀਡੀਓ ਦੇਖਦੇ ਪਏ ਸੀ ਤਾਂ ਉਹ ਉਹਨਾਂ ਨੂੰ ਆਲਰੇਡੀ ਐਮੋ ਇਸਰਾਇਲ ਕਹਿੰਦੇ ਪਏ ਆ। ਕਹਿਣ ਦਾ ਮਤਲਬ ਕਿ ਇੱਕ ਪਰਮੇਸ਼ਵਰ ਦੇ ਲੋਕ ਹੈ। ਇਹ ਸਾਡੇ ਦੇਵਤਿਆਂ ਨੂੰ ਨਹੀਂ ਮੰਨਦੇ। ਇਹਨਾਂ ਦਾ ਕੋਈ ਆਪਣਾ ਇੱਕ ਦੇਵਤਾ ਜਿਹਨੂੰ ਇਹ ਮੰਨਦੇ ਆ। ਔਰ ਉਹਨਾਂ ਨੇ ਵੀ ਸੋਗ ਕੀਤਾ। ਉਹਨਾਂ ਨੇ ਵੀ 70 ਦਿਨ ਸੋਗ ਕੀਤਾ। ਔਰ ਯਾਕੂਬ ਦੀ ਬਾੜੀ ਤਿਆਰ ਕਰਨ ਦੇ ਲਈ ਉਸਦੇ ਵਿੱਚੋਂ ਸਾਰਾ ਪਾਣੀ ਸੁਕਾਉਣ ਦੇ ਲਈ 40 ਦਿਨ ਲੱਗੇ। 40 ਦਿਨਾਂ ਤੋਂ ਬਾਅਦ ਉਸਦਾ ਜਿਹੜਾ ਸਰੀਰ ਸੀ ਉਹ ਰੈਡੀ ਹੋ ਗਿਆ ਕਿ ਉਸਨੂੰ ਉਹ ਜਾ ਕੇ ਹੁਣ ਕਬਰ ਦੇ ਵਿੱਚ ਰੱਖ ਸਕਦੇ ਆ। ਲੇਕਿਨ ਉਹ ਉੱਥੋਂ ਇੱਕ ਪੂਰੇ ਦਾ ਪੂਰਾ ਇੱਕ ਰਾਜ ਸੀ ਦਲ ਲੈ ਕੇ ਉਹ ਜਾ ਰਹੇ। ਮਿਸਰ ਦੀ ਸੈਨਾ ਨਾਲ ਜਾ ਰਹੀ, ਵੱਡੇ ਵੱਡੇ ਅਧਿਕਾਰੀ ਜਾ ਰਹੇ, ਜਿਹੜੇ ਮੋਹਰੇ ਫਾਰਵਰਡ ਜਿਹੜੇ ਲੋਕ ਜਾ ਕੇ ਜਿਹੜਾ ਦੱਸਦੇ ਆ ਰਸਤੇ ਦੇ ਵਿੱਚ ਜਿਹੜੇ ਵੀ ਛੋਟੇ ਮੋਟੇ ਰਾਜ ਆਉਂਦੇ ਉਹਨਾਂ ਨੂੰ ਦੱਸਦੇ ਪਏ ਆ ਕਿ ਮਿਸਰ ਦੀ ਫੌਜ ਨੇ ਤੁਹਾਡੇ ਤੇ ਚੜ੍ਹਾਈ ਨਹੀਂ ਕਰਨੀ। ਇਹ ਸਿਰਫ ਇੱਕ ਖਾਸ ਕੰਮ ਦੇ ਲਈ ਇੱਥੋਂ ਦੀ ਅਸੀਂ ਲੰਘਣਾ ਔਰ ਸਾਨੂੰ ਜਗ੍ਹਾ ਚਾਹੀਦੀ ਜਿੱਥੇ ਅਸੀਂ ਆਰਾਮ ਕਰ ਸਕੀਏ। ਔਰ ਉਨੀ ਦੇਰ ਦੇ ਵਿੱਚ ਜਿਹੜਾ ਪ੍ਰੋਸੈਸ਼ਨ ਉੱਥੇ ਤੱਕ ਪਹੁੰਚ ਜਾਂਦਾ। ਫਿਰ ਉਹ ਲੋਕ ਉੱਥੋਂ ਉੱਠ ਕੇ ਅੱਗੇ ਜਾ ਕੇ ਤਿਆਰੀ ਕਰਦੇ। क्या प्रशासन होगा, क्या प्रभु ने इज्जत दी अपने बंदे ਨੂੰ। सिर्फ नाम नहीं बदले, ਉਹਦਾ ਨਾਮ याकूब तो बदल के उसने इसराइल ही नहीं रखा, अपना राजकुमार नहीं किया, पर उसनों राजियां आड़ी बधाई भी दे रहा। उन्होंने बधाई धरती ते मिली जी राजियां आड़ी। बड़ा वंडरफुल प्रभु किदा दा महान परमेश्वर है। सो ਹੁਣ ਉਹ ਸਭ ਨੂੰ ਉਸਨੂੰ ਦਫਨਾ ਕੇ ਤਾਂ ਹੁਣ ਵਾਪਸ ਮੁੜਦੇ ਪਏ। ਪਰ ਜਿਹੜੇ ਭਰਾਵਾਂ ਦੇ ਜਿਹੜਾ ਮਨ ਆ ਉਹ ਚ ਕਾਲਕ ਹਾਲੇ ਵੀ ਹੈ।
ਕਾਲਕ ਜਿਹੜੀ ਬੰਦੇ ਦੇ ਆਪਣੇ ਅੰਦਰ ਹੁੰਦੀ ਹੈ ਉਹੀ ਤੋੜ ਤੋੜ ਕੇ ਉਹਨੂੰ ਖਾਂਦੀ, ਉਸ ਨੂੰ ਕਦੀ ਵੀ ਦੂਸਰੇ ਬੰਦੇ ਦੇ ਨਾਲ ਉਹ ਸੋਚਦਾ ਹੁੰਦਾ ਕਿ ਸ਼ਾਇਦ ਇਹ ਇਦਾਂ ਸੋਚਦਾ ਪਿਆ, ਲੇਕਿਨ ਉਹ ਕਾਲਕ ਉਸਦੇ ਆਪਣੇ ਅੰਦਰ ਹੁੰਦੀ ਹੈ। ਸੋ ਹੁਣ ਅਸੀਂ ਭਰਾਵਾਂ ਦਾ ਹਾਲ ਦੇਖਾਂਗੇ 15 ਆਇਤ ਤੋਂ ਲੈ ਕੇ ਮੇਰੇ ਨਾਲ 21 ਆਇਤ ਤੱਕ, ਜਿਸ ਨੂੰ ਉਹ ਪੜ੍ਹਦੇ। मैं पढ़ लूँगा बस जी। Go ahead ਮੇਰੇ ਯੂਸਫ ਆਪਣੇ ਭਰਾਵਾਂ ਨੂੰ ਦੁਬਾਰਾ ਹੌਸਲਾ ਦਿੰਦਾ ਹੈ। ਯੂਸਫ ਦੇ ਭਰਾਵਾਂ ਨੇ ਜਦ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਹਨਾਂ ਨੇ ਕਿ ਸ਼ਾਇਦ ਯੂਸਫ ਸਾਡੇ ਤੋਂ ਉਸ ਬੁਰਾਈ ਦਾ ਬਦਲਾ ਲਵੇਗਾ ਜਿਹੜੀ ਅਸੀਂ ਉਸ ਦੇ ਨਾਲ ਕੀਤੀ ਸੀ। ਇਸ ਲਈ ਉਹਨਾਂ ਯੂਸਫ ਨੂੰ ਇਹ ਸੰਦੇਸ਼ ਘੱਲਿਆ, ਆਪਣੇ ਮਰਨ ਤੋਂ ਪਹਿਲਾਂ ਸਾਡੇ ਪਿਤਾ ਨੇ ਸਾਨੂੰ ਕਿਹਾ ਸੀ ਕਿ ਅਸੀਂ ਤੈਨੂੰ ਇਹ ਕਹੀਏ, ਤੂੰ ਆਪਣੇ ਭਰਾਵਾਂ ਦੇ ਅਪਰਾਧ ਮਾਫ ਕਰ ਦੇਣਾ ਜੋ ਉਹਨਾਂ ਤੇਰੇ ਵਿਰੁੱਧ ਕੀਤੇ ਹਨ। ਉਹਨਾਂ ਦੇ ਇਹ ਸ਼ਬਦ ਸੁਣ ਕੇ ਯੂਸਫ ਰੋ ਪਿਆ। ਤਦ ਉਸਦੇ ਭਰਾ ਅੱਗੇ ਆਏ ਅਤੇ ਉਹ ਸਾਹਮਣੇ ਡਿੱਗ ਕੇ ਬੋਲੇ, ਦੇਖ ਅਸੀਂ ਤੇਰੇ ਗੁਲਾਮ ਹਾਂ। ਯੂਸਫ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ ਪਰਮੇਸ਼ਵਰ ਨਹੀਂ ਹਾਂ। ਬੇਸ਼ੱਕ ਤੁਸੀਂ ਮੇਰੇ ਨਾਲ ਬੁਰਾ ਕਰਨਾ ਚਾਹਿਆ, ਪਰ ਪਰਮੇਸ਼ਵਰ ਉਹੀ ਹੀ ਕਈ ਲੋਕਾਂ ਦੀ ਭਲਾਈ ਵਿੱਚ ਬਦਲ ਦਿੱਤਾ। ਤੁਹਾਡੇ ਕੀਤੇ ਦੇ ਕਾਰਨ ਹੀ ਅੱਜ ਬਹੁਤ ਸਾਰੀਆਂ ਜਾਨਾਂ ਜਿਉਂਦੀਆਂ ਹਨ। ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਮੈਂ ਤੁਹਾਡੀਆਂ ਤੇ ਤੁਹਾਡੇ ਬੱਚਿਆਂ ਦੀ ਸੰਭਾਲ ਕਰਾਂਗਾ। ਇਸ ਤਰ੍ਹਾਂ ਯੂਸਫ ਨੇ ਆਪਣੇ ਭਰਾਵਾਂ ਨੂੰ ਦੁਬਾਰਾ ਹੌਸਲਾ ਦਿਵਾਇਆ। ਦੇਖਣ ਵਾਲੀ ਚੀਜ਼ ਹੈ, ਜੇ ਉਸਨੇ ਆਪਣੇ ਭਰਾਵਾਂ ਨੂੰ ਸਜ਼ਾ ਹੀ ਦੇਣੀ ਹੁੰਦੀ ਤਾਂ ਜਦੋਂ ਉਹ ਪਹਿਲੀ ਵਾਰੀ ਅਨਾਜ ਲੈਣ ਆਏ ਸੀਗੇ ਤਾਂ ਕੀ ਉਸ ਲਈ ਉਹ ਸਜ਼ਾ ਨਹੀਂ ਸੀ ਦੇ ਸਕਦਾ? ਕੀ ਉਹ ਉਸ ਵੇਲੇ ਆਪਣੀ ਸੈਨਾ ਘੱਲ ਕੇ ਆਪਣੇ ਬਾਪ ਨੂੰ ਔਰ ਆਪਣੇ ਭਰਾ ਨੂੰ ਮੰਗਵਾ ਨਹੀਂ ਸੀ ਸਕਦਾ ਆਪਣੇ ਕੋਲ? ਪਰ ਕੀ ਉਹਦੇ ਬਾਪ ਨੇ ਨਹੀਂ ਸੀ ਕਹਿਣਾ ਕਿ ਇਸੇ ਦੇ ਯੋਗ ਸੀਗੇ, ਜੇ ਤੇਰੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਔਰ ਇੰਨੇ ਸਾਲ ਤੱਕ ਇਹਨਾਂ ਨੇ ਮੈਨੂੰ ਧੋਖੇ ਦੇ ਵਿੱਚ ਰੱਖਿਆ ਔਰ ਤੇਰੇ ਭਰਾ ਨੂੰ ਧੋਖੇ ਦੇ ਵਿੱਚ ਰੱਖਿਆ ਔਰ ਆਪਣੀ ਮਾਂ ਨੂੰ ਵੀ ਧੋਖੇ ਦੇ ਵਿੱਚ ਰੱਖਿਆ। ਇਹ ਉਹਦੇ ਬਾਪ ਨੇ ਵੀ ਕਹਿਣਾ ਸੀ ਤੂੰ ਜੋ ਕੀਤਾ ਠੀਕ ਕੀਤਾ, ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ। ਬਾਪ ਨੇ ਤਾਂ ਚੀਜ਼ ਕਦੀ ਵੀ ਨਹੀਂ ਕਹੀ, ਕਿਉਂਕਿ ਉਹ ਆਪਣੇ ਪੁੱਤਰ ਨੂੰ ਜਾਣਦਾ ਹੈ। ਲੇਕਿਨ ਦੇਖੋ ਪਾਪ ਇਨਸਾਨ ਦਾ ਕਿੱਥੇ ਤੱਕ ਉਸ ਨੂੰ ਡਰਾਉਂਦਾ ਪਿਆ, ਕਿੱਥੇ ਤੱਕ ਡਰਾਉਂਦਾ। ਔਰ ਅਗਰ ਦੇਖਿਆ ਜਾਵੇ ਤਾਂ ਹੁਣ ਅਸੀਂ 1606 ਸਾਲ ਤੱਕ ਪਹੁੰਚ ਚੁੱਕੇ ਹਾਂ। 1606 ਤੱਕ ਪਹੁੰਚ ਚੁੱਕੇ ਹਾਂ ਮਸੀਹ ਦੇ ਆਉਣ ਤੋਂ ਪਹਿਲਾਂ। ਔਰ ਉਸਦਾ ਜਿਹੜਾ ਬਾਪ ਆ ਉਹ ਉਸ ਨੂੰ 1660 ਦੇ ਵਿੱਚ ਮਰਿਆ, ਲੇਕਿਨ ਇੱਥੇ ਇਹਨਾਂ ਨੂੰ ਆਇਆਂ ਨੂੰ ਅਸੀਂ ਇਹਨਾਂ ਨੂੰ 46ਵੇਂ ਭਾਵ ਦੇ ਵਿੱਚ ਆਉਂਦੇ ਦੇਖਦੇ ਪਏ। 1675 ਸਾਲ ਤੋਂ ਇਹ ਤੁਰੇ ਆ ਔਰ ਇਹਨਾਂ ਨੂੰ 15 ਸਾਲ ਇੱਥੇ ਆਇਆਂ ਨੂੰ ਹੋ ਚੁੱਕੇ ਆ। 16 ਸਾਲ ਅਸੀਂ ਕਹਿ ਸਕਦੇ ਆਇਆਂ ਨੂੰ ਹੋ ਚੁੱਕੇ ਆ, ਤੇ 16 ਸਾਲਾਂ ਦੇ ਵਿੱਚ ਉਸਨੇ ਉਹਨਾਂ ਦੀ ਸੰਭਾਲ ਨਹੀਂ ਕੀਤੀ। 16 ਸਾਲਾਂ ਦੇ ਵਿੱਚ ਅਸੀਂ ਅੱਜ ਦੇਖਦੇ ਪਏ ਸੀ ਉਹ ਕਿੰਨੇ ਹਰੇ ਭਰੇ ਫੀਲਡ ਆ ਅੱਜ ਦੇ ਦਿਨ ਦੇ ਵਿੱਚ। ਔਰ ਸਾਇੰਟਿਸਟ ਇਹ ਕਹਿ ਰਹੇ ਕਿ ਨੀਲ ਦਰਿਆ ਮਰਦਾ ਜਾ ਰਿਹਾ, ਨੀਲ ਦਰਿਆ 'ਚ ਹਰ ਸਾਲ ਪਾਣੀ ਘਟਦਾ ਜਾ ਰਿਹਾ। ਅਗਰ ਨੀਲ ਦਰਿਆ 'ਚ ਘਟਦੇ ਪਾਣੀ ਦੇ ਹੋਣ ਤੋਂ ਬਾਅਦ ਵੀ ਫਸਲਾਂ ਅਸੀਂ ਦੇਖੀਆਂ, ਬਰਸੀਨ ਅਸੀਂ ਦੇਖਿਆ ਜਿਹੜਾ ਖੋਤਿਆਂ ਤੇ ਲੱਦ ਕੇ ਉਹ ਲੈ ਕੇ ਆਉਂਦੇ ਪਏ ਆ। ਗੰਨਿਆਂ ਦਾ ਜਿਹੜਾ ਉਹ ਪਸ਼ੂਆਂ ਨੂੰ ਖਿਲਾਉਣ ਦੇ ਲਈ ਜਿਹੜਾ ਲੈ ਕੇ ਆਉਂਦੇ ਪਏ ਉਹ ਖੋਤਿਆਂ ਤੇ ਅਸੀਂ ਲੱਦਿਆ ਦੇਖਿਆ। ਕਣਕਾਂ ਅਸੀਂ ਡੱਕ ਖੜੀਆਂ ਦੇਖੀਆਂ, ਬਿਲਕੁਲ ਵਧੀਆ ਕਣਕਾਂ ਉੱਥੇ ਉਗਦੀਆਂ ਪਈਆਂ ਦੇਖਦੇ ਪਏ। ਪੱਧਰੇ ਖੇਤ ਅਸੀਂ ਦੇਖਦੇ ਪਏ। ਉਹਨਾਂ ਇਲਾਕਿਆਂ ਦੇ ਵਿੱਚ 15 ਸਾਲ ਉਹਨਾਂ ਨੂੰ ਉਹ ਵਸਦੇ ਰਹੇ ਔਰ ਇਹ ਤੋਂ ਕਿਤੇ ਹਰਿਆਲੇ ਸੀਗੇ ਉਸ ਸਮੇਂ ਦੇ ਵਿੱਚ। ਔਰ ਬਹੁਤ ਸਾਰੀਆਂ ਜਿਹੜੀਆਂ ਉਹਦੀਆਂ ਦਰਿਆ ਦੀਆਂ ਜਿਹੜੀਆਂ ਨਹਿਰਾਂ, ਕੁਦਰਤੀ ਨਹਿਰਾਂ ਜਿਹੜੀਆਂ ਉਹਦੀਆਂ ਜਾ ਕੇ ਸਮੁੰਦਰ 'ਚ ਡਿੱਗਦੀਆਂ ਸੀ, ਬਹੁਤ ਸਾਰੀਆਂ ਸੁੱਕ ਗਈਆਂ ਸਾਈਡ ਤੋਂ, ਬਹੁਤ ਸਾਰੀਆਂ ਸੁੱਕ ਗਈਆਂ। ਲੇਕਿਨ ਫਿਰ ਵੀ ਗੋਸ਼ਨ ਦਾ ਇਲਾਕਾ ਇੰਨਾ ਹਰਿਆ ਭਰਿਆ ਔਰ ਜਿਹੜਾ ਉਸਨੂੰ ਉਹਨਾਂ ਨੂੰ ਦਿੱਤਾ। ਅਵਾਰਸ ਦਾ ਇਲਾਕਾ ਉਸ ਸਮੇਂ ਦੇ ਵਿੱਚ ਬਹੁਤ ਹਰਿਆ ਭਰਿਆ ਸੀ, ਪਰ ਲੇਕਿਨ ਹੁਣ ਅਸੀਂ ਦੇਖਦੇ ਪਏ ਸੀ ਕਿ ਅਵਾਰਸ ਦੇ ਇਲਾਕੇ ਦੇ ਵਿੱਚ ਵੀ ਸੋਕਾ ਪੈਣਾ ਸ਼ੁਰੂ ਹੋ ਗਿਆ। ਔਰ ਹੁਣ ਮਾਰਨਾ ਸੀ ਉਹਨਾਂ ਨੂੰ, ਉਸਨੂੰ ਬਾਪ ਦਾ ਡਰ ਸੀਗਾ ਜਿੰਨੀ ਦੇਰ ਤੱਕ ਬਾਪ ਜਿੰਦਾ ਮੈਂ ਇਹਨਾਂ ਨੂੰ ਕੁਛ ਨਹੀਂ ਕਹਿਣਾ।
ਉਹ ਤਾਂ ਉਸਨੂੰ ਪੁੱਛਣਾ ਪਿਆ ਸੀਗਾ, ਭਾਈ ਮੇਰਾ ਪਿਓ ਜਿੰਦਾ ਵੀ ਆ ਕਿ ਨਹੀਂ, ਮੈਨੂੰ ਇਹ ਦੱਸੋ। ਉਸਨੇ ਉੱਚੀ ਦਾਣੀ ਬੋਲ ਕੇ, ਉਹ ਇੰਨੀ ਉੱਚੀ ਦਾਣੀ ਬੋਲਿਆ ਸੀ ਕਿ ਜਿਹੜੇ ਉੱਥੇ ਬੈਠੇ ਹੋ ਸੀਗੇ, ਉੱਥੇ ਬਾਹਰ ਜਿਹੜੇ ਸਿਪਾਹੀ ਵੀ ਸੀਗੇ, ਉਹਨਾਂ ਨੂੰ ਸੁਣਿਆ ਔਰ ਉਹਨਾਂ ਨੇ ਉਸੇ ਵੇਲੇ ਜਾ ਕੇ ਰਾਜਾ ਨੂੰ ਦੱਸਿਆ ਕਿ ਪਤਾ ਨਹੀਂ ਉੱਥੇ ਕੀ ਹੋਇਆ, ਹੁਣ ਮਾਰਨਾ ਸੀ। ਪ੍ਰਭੂ ਨੇ ਸਾਰਾ ਕੁਝ ਉਸਦੇ ਲਈ ਪੂਰਾ ਕਰ ਦਿੱਤਾ ਸੀ। ਜੋ ਉਸਨੂੰ ਪ੍ਰਭੂ ਨੇ ਦਿਖਾਇਆ ਸੀ, ਜੋ ਉਸਨੇ ਆਪਣੇ ਭਰਾਵਾਂ ਦੇ ਲਈ ਕਿਹਾ ਸੀ, ਉਹ ਇਹ ਦੇਖਦੇ ਨਹੀਂ ਪਏ ਕਿ ਇਟ ਇਜ਼ ਗॉड। ਉਸਨੇ ਕਿਹਾ ਸੀ ਕਿ ਮੈਂ ਸੁਪਨੇ ਦੇ ਵਿੱਚ ਦੇਖਿਆ ਔਰ 12 ਭਰੀਆਂ ਕਣਕ ਦੀਆਂ ਮੈਂ ਦੇਖੀਆਂ, ਮੇਰੀ ਭਰੀ ਖੜੀ ਸੀਗੀ, ਤੁਹਾਡੀਆਂ ਸਾਰੀਆਂ ਭਰੀਆਂ ਨੇ ਝੁਕ ਕੇ ਮੇਰੀ ਭਰੀ ਨੂੰ ਪ੍ਰਣਾਮ ਕੀਤਾ। ਆ ਦੇਖ ਲਓ ਹੁਣ ਪਏ ਆ ਕਿ ਨਹੀਂ ਮੋਰੇ, ਪਏ ਆ ਨਾ। ਲੇਕਿਨ ਫਿਰ ਵੀ ਆਪਣੀ ਚਲਾਕੀ ਦੇ ਨਾਲ, ਆਪਣੇ ਤਰੀਕਿਆਂ ਦੇ ਨਾਲ ਬਚਣਾ ਮੰਗਦੇ। ਔਰ ਫਿਰ ਉਹਨਾਂ ਨੇ ਕਿਹਾ, ਸਾਡੇ ਪਿਤਾ ਨੇ ਕਿਹਾ ਸੀ, ਆਪਣੇ ਮਰਨ ਤੋਂ ਪਹਿਲਾਂ ਸਾਡੇ ਪਿਤਾ ਨੇ ਕਿਹਾ ਸੀ ਕਿ ਅਸੀਂ ਤੈਨੂੰ ਇਹ ਕਹੀਏ। ਪਿਤਾ ਦੇ ਕੋਲ ਤਾਂ ਮਰਨ ਵੇਲੇ ਪਿਤਾ ਦੇ ਕੋਲ ਨਹੀਂ ਸੀ ਉਹ ਯੂਸਫ। ਜਿਹੜੇ ਪਿਤਾ ਉਸਦਾ ਮਰਿਆ, ਯੂਸਫ ਤਾਂ ਆਪਣੇ ਬਾਪ ਦੇ ਕੋਲ ਖੜਾ ਸੀ, ਉਸਦੀ ਮੰਜੀ ਦੇ ਲਾਗੇ ਖੜਾ ਸੀ, ਤੇ ਬਾਪ ਕਹਿ ਨਹੀਂ ਸੀ ਸਕਦਾ ਇਹ ਉਹਨਾਂ ਦਾ ਪਾਪ, ਇਹ ਉਹਨਾਂ ਦਾ ਆਪਣਾ ਪਾਪ ਉਹਨਾਂ ਨੂੰ ਵੱਢ ਕੇ ਖਾਂਦਾ। ਪਾਪ ਡਰ ਪੈਦਾ ਕਰਦਾ, ਪਾਪ ਡਰ ਪੈਦਾ ਕਰਦਾ। ਪਾਪ ਸਾਨੂੰ ਅਦਨ ਦੇ ਬਾਗ ਦੇ ਵਿੱਚ ਲੈ ਜਾਂਦਾ, ਪਾਪ ਸਾਨੂੰ ਉਤਪਤ ਦੇ ਤੀਸਰੇ ਭਾਵ ਦੇ ਵਿੱਚ ਲੈ ਜਾਂਦਾ। ਆਦਮ ਨੂੰ ਪੁੱਛਿਆ ਤੂੰ ਕਿੱਥੇ ਆ? ਕਹਿੰਦਾ ਮੈਂ ਡਰ ਗਿਆ ਸਾਂ, ਮੈਂ ਇਸ ਕਰਕੇ ਲੁਕ ਗਿਆ, ਮੈਂ ਨੰਗਾ ਸੀ। ਉਸਨੇ ਤੈਨੂੰ ਕਿਸਨੇ ਕਹਿਤਾ ਤੂੰ ਨੰਗਾ ਸੀ? ਆਦਮ ਨੇ ਜਿਹੜਾ ਬਲੇਮ ਸੀ ਉਹ ਸਾਰੇ ਦਾ ਸਾਰਾ ਹਵਾ ਨੂੰ ਦੇ ਦਿੱਤਾ ਤੇ ਆ ਜੋ ਤੂੰ ਮੈਨੂੰ ਦਿੱਤੀ ਹੈ, ਤੇ ਉਹਨੇ ਸਾਰੇ ਦਾ ਸਾਰਾ ਜਿਹੜਾ ਬਲੇਮ ਸੀ ਉਹ ਪ੍ਰਭੂ ਦੀ ਰਚਨਾ ਤੇ ਲਾ ਦਿੱਤਾ। ਆ ਜਿਹੜਾ ਸੱਪ ਤੂੰ ਬਣਾਇਆ, ਇਹਨੇ ਕਿਹਾ ਮੈਂ ਖਾ ਲਿਆ ਸੀ। ਔਰ ਇਹਨਾਂ ਨੇ ਜਿਹੜਾ ਪਾਪ ਕੀਤਾ ਹੈ ਉਹ ਡਰ ਪੈਦਾ ਕਰਦਾ ਹੈ, ਪਾਪ ਤੋਂ ਡਰ ਪੈਦਾ। ਔਰ ਇਸ ਕਰਕੇ ਜਿਸ ਵੇਲੇ ਯੂਸਫ ਨੇ ਇਹ ਚੀਜ਼ ਸੁਣੀ, ਉਹ ਰੋ ਪਿਆ। ਉਸਨੂੰ ਪਤਾ ਸੀ ਝੂਠ ਬੋਲ। ਸੋ ਉਸਨੇ ਕਿਹਾ ਕਿ ਤੁਸੀਂ ਕੁਛ ਐਸਾ ਮੇਰੇ ਨਾਲ ਕੀਤਾ, ਤੁਸੀਂ ਬੁਰਾਈ ਚਾਹੀ, ਤੁਸੀਂ ਮੇਰੇ ਨਾਲ ਬੁਰਾਈ ਕੀਤੀ, ਪਰ ਪ੍ਰਭੂ ਨੇ ਤੁਹਾਡੀ ਕੀਤੀ ਬੁਰਾਈ ਦੇ ਵਿੱਚੋਂ ਭਲਾਈ ਪੈਦਾ ਕੀਤੀ। ਵਾਹ, ਸਾਨੂੰ ਉਹ ਰੋਮਨਸ ਦੇ 8ਵੇਂ ਭਾਗ ਦੇ ਵਿੱਚ ਲੈ ਗਿਆ ਨਾ। ਰੋਮਨਸ ਦਾ 8ਵਾਂ ਚੈਪਟਰ ਵੀ ਸਾਨੂੰ ਇਹੋ ਹੀ ਕਹਿੰਦਾ ਕਿ ਹਰ ਚੀਜ਼ ਦੇ ਵਿੱਚੋਂ ਪ੍ਰਭੂ ਭਲਾਈ ਪੈਦਾ ਕਰਦਾ। ਤੁਸੀਂ ਤਾਂ ਬੁਰਾਈ ਚਾਹੀ, ਪਰ ਪ੍ਰਭੂ ਨੇ ਉਸ ਦੇ ਵਿੱਚੋਂ ਭਲਾਈ ਪੈਦਾ ਕੀਤੀ ਮੇਰੇ ਲਈ, ਔਰ ਮੇਰੇ ਲਈ ਨਹੀਂ, ਉਸਨੇ ਬਹੁਤਿਆਂ ਦੀ ਜ਼ਿੰਦਗੀ ਦੇ ਲਈ ਕੀਤੀ। ਦੇਖੋ ਕਿੰਨਾ ਪਿਆਰਾ ਉਸਨੇ ਕਿਹਾ। ਔਰ ਕਹਿੰਦਾ ਤਦ ਉਸਦੇ ਭਰਾ ਅੱਗੇ ਆਏ ਅਤੇ ਉਸਦੇ ਪਹਿਲਾ ਸੁਨੇਹਾ ਘੱਲਿਆ। ਹੁਣ ਉਹ ਆਪ ਅੱਗੇ ਆਏ। ਤਦ ਉਹ ਆਪਣੇ ਭਰਾ, ਉਸਦੇ ਭਰਾ ਅੱਗੇ ਆਏ ਅਤੇ ਉਸਦੇ ਸਾਹਮਣੇ ਡਿੱਗ ਕੇ ਬੋਲੇ, ਦੇਖ ਅਸੀਂ ਤੇਰੇ ਗੁਲਾਮ ਹਾਂ। ਯੂਸਫ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ ਪਰਮੇਸ਼ਵਰ ਨਹੀਂ ਹਾਂ, ਮੈਂ ਕੋਈ ਪਰਮੇਸ਼ਵਰ ਨਹੀਂ ਹਾਂ। ਬੇਸ਼ੱਕ ਤੁਸੀਂ ਮੇਰੇ ਨਾਲ ਬੁਰਾ ਕਰਨਾ ਚਾਹਿਆ, ਪਰ ਪਰਮੇਸ਼ਵਰ ਨੇ ਉਹ ਕਈ ਲੋਕਾਂ ਦੇ ਲਈ ਭਲਾਈ ਦੇ ਵਿੱਚ ਬਦਲ ਦਿੱਤਾ। ਤੁਹਾਡੇ ਕੀਤੇ ਦੇ ਕਾਰਨ ਹੀ ਅੱਜ ਬਹੁਤ ਸਾਰੀਆਂ ਜਾਨਾਂ ਜਿਉਂਦੀਆਂ ਹਨ। ਤੁਹਾਨੂੰ ਡਰਨ ਦੀ ਲੋੜ ਨਹੀਂ, ਮੈਂ ਤੁਹਾਡੀਆਂ ਅਤੇ ਤੁਹਾਡੇ ਬੱਚਿਆਂ ਦੀ ਸੰਭਾਲ ਕਰਾਂਗਾ।
ਇਹ ਇਸ ਤਰ੍ਹਾਂ ਯੂਸਫ ਨੇ ਆਪਣੇ ਭਰਾਵਾਂ ਨੂੰ ਦੁਬਾਰਾ ਹੌਸਲਾ ਦਿੱਤਾ। ਸੋ ਉਹ ਇਸ ਵੇਲੇ ਮੁੜ ਕੇ ਉਹਨਾਂ ਦੀ ਜਾਨ ਦੇ ਵਿੱਚ ਜਾਨ ਆਈ। ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਉਹ ਯੂਸਫ ਦੇ ਨਾਲ ਉੱਥੇ ਰਹੇ। ਅਸੀਂ ਹੁਣ 1606 ਦੇ ਵਿੱਚ ਪਹੁੰਚ ਚੁੱਕੇ ਹਾਂ। 22 ਆਇਤ ਤੋਂ ਪਹਿਲਾਂ, ਮਸੀਹ ਦੇ ਆਉਣ ਤੋਂ ਪਹਿਲਾਂ 1606 ਸਾਲ। ਸੋ ਆਓ 22 ਆਇਤ ਤੋਂ ਲੈ ਕੇ 26 ਆਇਤ ਤੱਕ ਜਿਸ ਨੂੰ ਯੂਸਫ ਦੀ ਮੌਤ। ਸੋ ਯੂਸਫ ਆਪਣੇ ਪਿਤਾ ਦੇ ਟੱਬਰ ਨਾਲ ਮਿਸਰ ਵਿੱਚ ਰਿਹਾ। ਉਸ ਦੀ ਕੁੱਲ ਉਮਰ 110 ਸਾਲ ਸੀ ਜਦੋਂ ਉਹ ਮਰ ਗਿਆ। ਉਸਨੇ ਇਫਰਾਇਮ ਦੇ ਪੁੱਤ ਅਤੇ ਪੋਤਰਿਆਂ ਤੱਕ ਆਪਣੀਆਂ ਅੱਖਾਂ ਨਾਲ ਵੇਖੀ। ਮਨੱਸ਼ੇ ਦੇ ਪੁੱਤਰ ਮਾਕੀਰ ਦੇ ਬੱਚੇ ਵੀ ਯੂਸਫ ਦੀ ਆਪਣੀ ਗੋਦ ਵਿੱਚ ਪਲੇ। ਉਸਨੇ ਆਪਣੇ ਭਰਾਵਾਂ ਨੂੰ ਕਿਹਾ, ਮੈਂ ਮਰਨ ਵਾਲਾ ਹਾਂ, ਪਰ ਪਰਮੇਸ਼ਰ ਤੁਹਾਡੀ ਸੁੱਧ ਲਵੇਗਾ ਤੇ ਤੁਹਾਨੂੰ ਫਿਰ ਇੱਥੋਂ ਉਸ ਧਰਤੀ ਤੇ ਲੈ ਜਾਵੇਗਾ ਜਿਸ ਦੇ ਦੇਣ ਦੀ ਪ੍ਰਤਿੱਗਿਆ ਉਸਨੇ ਸਾਡੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਕਰਦੀ ਸੀ। ਇਹ ਕਹਿ ਕੇ ਉਸਨੇ ਆਪਣੇ ਲੋਕਾਂ ਤੋਂ ਇਹ ਸਹੁੰ ਚੁਕਵਾਈ, ਜਦੋਂ ਪਰਮੇਸ਼ਰ ਤੁਹਾਨੂੰ ਉਸ ਧਰਤੀ ਤੇ ਲੈ ਆਵੇ ਤਾਂ ਤੁਸੀਂ ਮੇਰੀਆਂ ਹੱਡੀਆਂ ਆਪਣੇ ਨਾਲ ਉੱਥੇ ਲੈ ਜਾਣਾ। ਸੋ ਯੂਸਫ 110 ਸਾਲਾਂ ਦਾ ਹੋ ਕੇ ਮਰ ਗਿਆ। ਉਹਨਾਂ ਉਸ ਦੀ ਲਾਸ਼ ਵਿੱਚ ਸੁਗੰਧੀਆਂ ਭਰ ਕੇ ਮਿਸਰ ਵਿੱਚ ਹੀ ਇੱਕ ਸੰਦੂਕ ਵਿੱਚ ਰੱਖ ਦਿੱਤੀ। ਆਮੀਨ। ਸੋ ਇਸ ਹਿੱਸੇ ਨੂੰ ਅਸੀਂ ਮੰਗਲਵਾਰ ਖੋਲ ਕੇ ਦੇਖਾਂਗੇ। ਲੇਕਿਨ ਦੇਖੋ ਪ੍ਰਭੂ ਦੇ ਧਿਆਨ ਕਿੱਥੇ ਲੱਗਾ ਹੈ। ਬਾਏ ਦਾ ਵੇ, ਜਿਹੜਾ ਕਨਾਨ ਦਾ ਇਲਾਕਾ ਆ ਉਹ ਮੁੜ ਕੇ ਹੋਸ਼ ਦੇ ਵਿੱਚ ਆ ਰਿਹਾ ਹੈ। ਉਹ ਬਹੁਤ ਸਾਰੇ ਅਕਾਲ ਤੇ ਸੋਕੇ ਦੇ ਵਿੱਚੋਂ ਨਿਕਲ ਕੇ ਆਇਆ ਔਰ ਆਲਮੋਸਟ 15 ਸਾਲ 7 ਸਾਲ ਤਾਂ ਡਾਇਰੈਕਟ ਸੋਕਾ ਉੱਥੇ ਪਿਆ। ਔਰ ਹੁਣ ਕਿਉਂਕਿ ਜਦੋਂ ਸੋਕਾ ਜ਼ਿਆਦਾ ਪੈਂਦਾ, ਜਿਹੜੀ ਮਿੱਟੀ ਦੇ ਵਿੱਚ ਉਸ ਦੇ ਵਿੱਚ ਰੇਤ ਜਿਹੜੀ ਹੈਗੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਵੀ ਫਿਰ ਥੋੜੇ ਸਾਲ ਲੱਗਦੇ ਆ ਮੁੜ ਕੇ ਧਰਤੀ ਨੂੰ ਆਪਣੀ ਉਪਜਾਊ ਪੂਰੀ ਤਰ੍ਹਾਂ ਉਪਜਾਊ ਹੋਣ ਦੇ ਲਈ। ਠੀਕ। ਔਰ ਜਿਸ ਇਲਾਕੇ ਦੇ ਵਿੱਚ ਇਹ ਰਹਿੰਦੇ ਪਏ ਆ, ਉਹ ਨੀਲ ਦਰਿਆ ਨੇ ਹਰੇਕ ਸਾਲ ਨੀਲ ਦਰਿਆ ਪਿੱਛੋਂ ਮਿੱਟੀ ਲੈ ਕੇ ਆਉਂਦਾ, ਵਿਛਾਉਂਦਾ ਔਰ ਉੱਥੇ ਕਹਿੰਦੀ ਕਹਾਉਂਦੀ ਫਸਲ ਪੈਦਾ ਹੁੰਦੀ। ਉਹਨਾਂ ਦੇ ਪੱਕੇ ਘਰ, ਯੂਸਫ ਇੱਕ ਮਹਿਲ ਦੇ ਵਿੱਚ ਰਹਿ ਰਿਹਾ ਜਿਹੜਾ ਉਹਨੇ ਆਪਣੇ ਭਰਾਵਾਂ ਦੇ ਲਾਗੇ ਬਣਾਇਆ। ਮੋਸਟਲੀ ਉਹਦੀ ਜੌਬ ਜਿਹੜੀ ਆ ਉਹ ਉਸਨੂੰ ਰਾਜਾ ਦੇ ਮਹਿਲ ਦੇ ਵਿੱਚ ਲੈ ਜਾਂਦੀ ਆ। ਲੇਕਿਨ ਜਿਹੜੇ ਉਸਦੇ ਥੋੜੇ ਦਿਨ ਹੁੰਦੇ ਆ, ਉਹ ਜਿਹੜਾ ਉਸਨੇ ਆਪਣੇ ਲਈ ਇੱਕ ਮਹਿਲ ਬਣਾਇਆ ਆ ਔਰ ਉੱਥੇ ਉਹ ਰਹਿੰਦਾ। ਔਰ ਉਸ ਇਲਾਕੇ ਨੂੰ ਅਗਰ ਉਹ ਕਹਿਣ ਵੀ, ਆਪਣੇ ਵੱਲੋਂ ਕਹਿਣ ਵੀ ਕਿ ਇੱਥੇ ਸਾਡੇ ਕੋਲ ਸਾਰਾ ਕੁਝ, ਅਸੀਂ ਕਿੱਥੇ ਨੂੰ ਜਾਣਾ। ਔਰ ਯੂਸਫ ਵੀ ਕਹਿ ਸਕਦਾ ਵੀ ਇੱਥੇ ਸਾਡੇ ਕੋਲ ਸਾਰਾ ਕੁਝ, ਅਸੀਂ ਕਿੱਥੇ ਨੂੰ ਜਾਣਾ, ਅਸੀਂ ਤਾਂ ਇੱਥੇ ਹੀ ਰਹਿਣਾ। ਲੇਕਿਨ ਦੇਖੋ ਉਹਨਾਂ ਦਾ ਧਿਆਨ ਉੱਥੇ ਨਹੀਂ ਲੱਗਾ। ਉਹਨਾਂ ਦਾ ਧਿਆਨ, ਸਾਰਿਆਂ ਦਾ ਜਿਹੜਾ ਧਿਆਨ ਆ, ਪਹਿਲਾਂ ਉਸਦੇ ਬਾਪ ਦਾ ਧਿਆਨ ਔਰ ਹੁਣ ਯੂਸਫ ਦਾ ਜਿਹੜਾ ਧਿਆਨ ਪ੍ਰਭੂ ਦੇ ਵਾਅਦੇ ਦੇ ਉੱਤੇ ਲੱਗਾ ਹੈ। ਪ੍ਰਭੂ ਦੇ ਮੂੰਹ ਦੇ ਵਿੱਚੋਂ ਨਿਕਲੇ ਸ਼ਬਦਾਂ ਦੀ ਜਿਹੜੀ ਕੀਮਤ, ਪ੍ਰਭੂ ਦੇ ਸਾਡੇ ਨਾਲ ਬੰਨਿਓ ਨੇਮ ਦੀ ਜੋ ਕੀਮਤ, ਉਹ ਜਿੰਨੀਆਂ ਚੀਜ਼ਾਂ ਅਸੀਂ ਦੇਖ ਸਕਦੇ ਹਾਂ, ਜਿੰਨੀਆਂ ਚੀਜ਼ਾਂ ਅਸੀਂ ਸੁਣ ਸਕਦੇ ਹਾਂ, ਜਿੰਨੀਆਂ ਚੀਜ਼ਾਂ ਅਸੀਂ ਅੱਜ ਜੋ ਵੀ ਅਸੀਂ ਆਪਣੇ ਆਲੇ ਦੁਆਲੇ ਜਿਸ ਨੂੰ ਅਸੀਂ ਸਾਡਾ ਕਹਿੰਦੇ ਹਾਂ, ਇਹਦੇ ਤੋਂ ਕਿਤੇ ਅੱਗੇ, ਕਿਉਂਕਿ ਇਹ ਬਾਕੀ ਦੀਆਂ ਚੀਜ਼ਾਂ ਸਾਨੂੰ ਸਭ ਦੀਆਂ ਸਭ ਧੋਖਾ ਦੇ ਜਾਣ। ਜਿਹੜੇ ਅੱਜ ਪਿਆਰ ਕਰਦੇ ਆ ਉਹ ਕੱਲ ਨੂੰ ਨਫ਼ਰਤ ਕਰਨਗੇ, ਜਿਹੜੇ ਅੱਜ ਮਿੱਤਰ ਆ ਉਹ ਕੱਲ ਨੂੰ ਦੁਸ਼ਮਣ ਹੋਣਗੇ। ਲੇਕਿਨ ਚੀਜ਼ਾਂ ਜਿਹੜੀਆਂ ਸਾਡੀਆਂ ਉਹ ਸਾਨੂੰ ਸਾਰੀਆਂ ਛੱਡ ਜਾਣਗੀਆਂ। ਇੱਥੇ ਤੱਕ ਕਿ ਸੰਤਾਨ ਵੀ ਸਾਨੂੰ ਛੱਡ ਜਾਏਗੀ, ਪਰ ਜਿਹੜਾ ਨੇਮ ਪ੍ਰਭੂ ਨੇ ਇਸ ਜਾਨ ਦੇ ਨਾਲ ਬੰਨਿਆ ਹੈ ਉਹ ਇਸ ਨੂੰ ਕਦੇ ਨਹੀਂ ਛੱਡੇਗਾ। ਔਰ ਸਾਨੂੰ ਇਹ ਕਿੱਥੋਂ ਮਿਲਦਾ ਪਿਆ, ਕਿਹੜੇ ਲੋਕਾਂ ਤੋਂ ਮਿਲਦਾ ਪਿਆ? ਸਾਡੇ ਜਿਹੜੇ ਪਹਿਲੇ ਪੁਰਖ ਹੈ, ਅਬਰਾਹਮ, ਇਸਹਾਕ, ਯਾਕੂਬ ਤੇ ਯੂਸਫ।
ਇਹਨਾਂ ਨੂੰ ਚਾਰ ਬਜ਼ੁਰਗੇ ਕਿਹਾ ਜਾਂਦਾ। ਸੋ ਅਸੀਂ ਜਿਹੜਾ ਹੁਣ ਤੱਕ ਦੇਖਿਆ, ਅਸੀਂ ਚਾਰ ਜਿਹੜੇ ਸਾਡੇ ਮੇਨ ਬਜ਼ੁਰਗੇ ਉਹਨਾਂ ਨੂੰ ਦੇਖਿਆ। ਸੋ ਹੁਣ ਜਦੋਂ ਵੀ ਪ੍ਰਭੂ ਦੀ ਆਵਾਜ਼ ਆਉਣੀ ਆ, ਉਸ ਦੀ ਆਵਾਜ਼ ਦੇ ਵਿੱਚ ਇਹੋ ਹੀ ਚਾਰ ਬਜ਼ੁਰਗੇ ਆਉਣੇ। ਮੈਂ ਅਬਰਾਹਮ, ਇਸਹਾਕ, ਯਾਕੂਬ ਤੇ ਯੂਸਫ ਦਾ ਪਰਮੇਸ਼ਵਰ, ਜਾਂ ਮੈਂ ਅਬਰਾਹਮ, ਇਸਹਾਕ ਤੇ ਯਾਕੂਬ ਦਾ ਪਰਮੇਸ਼ਵਰ ਹਾਂ। ਇਹ ਚਾਰ ਬਜ਼ੁਰਗਿਆਂ ਦਾ ਸਿਰਫ ਨਾਂ ਲਿਆ। ਔਰ ਉਹ ਕਿਉਂ ਲਿਆ ਹੋਣਾ? ਕਿਉਂਕਿ ਇਹਨਾਂ ਚਾਰਾਂ ਦਾ ਜਿਹੜਾ ਪਰਮੇਸ਼ਵਰ ਨੇ ਜਿਹੜਾ ਨੇਮ ਬੰਨਿਆ ਹੈ, ਉਸ ਨੇਮ ਦੇ ਉੱਤੇ ਇਹਨਾਂ ਦੀ ਨਜ਼ਰ ਲੱਗੀ ਹੋਊ। ਯੂਸਫ ਇਹ ਨਹੀਂ ਦੇਖਦਾ ਪਿਆ ਕਿ ਮੈਂ ਇੱਥੇ ਦਾ ਪ੍ਰਾਈਮ ਮਿਨਿਸਟਰ, ਇੱਥੇ ਦਾ ਪੱਤਾ ਮੇਰੇ ਹੁਕਮ ਤੋਂ ਬਗੈਰ ਨਹੀਂ ਹਿਲਦਾ ਪਿਆ। ਜੋ ਜਗ੍ਹਾ ਅੱਜ ਮੈਨੂੰ ਆ, ਉਹ ਮੇਰੇ ਪੁੱਤਰ ਨੂੰ ਮਿਲਣੀ ਆ, ਜਿੰਨੀ ਦੇਰ ਤੱਕ ਉਹ ਡਾਇਨੈਸਟੀ ਰਹਿਣੀ ਆ। ਉਹਨਾਂ ਚੀਜ਼ਾਂ ਨੂੰ ਦੇਖਦਾ ਪਿਆ। ਉਸ ਨੂੰ ਪਤਾ ਕਿ ਜੋ ਹੋਣਾ ਉਹ ਹੋਣਾ। ਕਿ ਪ੍ਰਭੂ ਨੇ ਅਬਰਾਹਮ ਨੂੰ ਕਿਹਾ ਸੀ ਕਿ ਮੈਂ ਤੇਰੇ ਖਾਨਦਾਨ ਨੂੰ ਪਰਾਈ ਧਰਤੀ ਤੇ ਲੈ ਕੇ ਜਾਵਾਂਗਾ। ਉੱਥੇ ਉਹ 400 ਸਾਲ ਰਹਿਣਗੇ ਔਰ ਫਿਰ ਉਹਨਾਂ ਨੂੰ ਉੱਥੇ ਗੁਲਾਮੀ ਕਰਨੀ ਪਏਗੀ, ਪਰ ਫਿਰ ਮੈਂ ਉਹਨਾਂ ਨੂੰ ਕੱਢ ਕੇ ਲੈ ਕੇ ਆਊਂਗਾ ਔਰ ਇਹ ਧਰਤੀ ਮੈਂ ਉਹਨਾਂ ਨੂੰ ਦਊਂਗਾ। ਉਸ ਵਾਅਦੇ ਤੇ ਸਾਡਾ ਧਿਆਨ ਲੱਗਾ ਹੈ, ਬਾਕੀ ਕਿਸੇ ਚੀਜ਼ ਤੇ ਧਿਆਨ ਨਹੀਂ ਲੱਗਾ। That is the main thing। ਅਸੀਂ ਵਾਅਦੇ ਦੇ ਲੋਕ, ਅਸੀਂ ਨੇਮ ਦੇ ਲੋਕ, ਸਾਡਾ ਧਿਆਨ ਉਸ ਨੇਮ ਤੇ ਲੱਗਾ ਰਹਿਣਾ ਚਾਹੀਦਾ। ਔਰ ਜਦ ਸਾਡਾ ਧਿਆਨ ਪ੍ਰਭੂ ਦੇ ਨੇਮ ਤੇ ਲੱਗਾ ਹੈ ਤੇ ਬਾਕੀ ਦੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ। ਸਿਹਤ ਆਉਂਦੀ ਹੈ ਤੇ ਜਾਂਦੀ ਹੈ, ਧਨ ਆਉਂਦਾ ਤੇ ਜਾਂਦਾ ਹੈ, ਪਰ ਜਿਹੜਾ ਉਹ ਆਨੰਦ ਆ, ਉਹ ਮੁਕਤੀ ਦੀ ਜਿਹੜੀ ਖੁਸ਼ੀ ਆ, ਔਰ ਉਹ ਜੋ ਪ੍ਰਭੂ ਦੇ ਘਰ ਦੀ ਖਿੱਚ ਆ, ਉਹ ਬਣੀ ਰਹਿੰਦੀ ਹੈ, ਉਹ ਬਣੀ ਰਹਿੰਦੀ ਹੈ। ਔਰ ਅੱਖਾਂ ਪ੍ਰਭੂ ਦੇ ਵੱਲ ਲੱਗੀਆਂ ਰਹਿੰਦੀਆਂ ਜਦ ਤੱਕ ਉਹ ਨੇਮ ਸਾਡੇ ਅੰਦਰ ਅਬਰਾਹਮ ਦੇ ਵਾਂਗ, ਔਰ ਉਸ ਤੋਂ ਬਾਅਦ ਉਹਦੇ ਪੁੱਤਰ ਇਸਹਾਕ ਦੇ ਵਾਂਗ, ਔਰ ਫਿਰ ਯਾਕੂਬ ਜੋ ਇਸਰਾਇਲ ਕਹਾਇਆ ਉਸ ਦੇ ਵਾਂਗ, ਔਰ ਯੂਸਫ ਦੇ ਵਾਂਗ, ਜਦ ਤੱਕ ਸਾਡੀਆਂ ਅੱਖਾਂ ਉਸ ਨੇਮ ਤੇ ਲੱਗੀਆਂ ਤੇ ਉਹਨੇ ਦੇਰ ਫਿਰ ਸਾਡੇ ਕੋਲ ਸਭ ਕੁਝ। ਆਓ ਦੁਆ ਕਰੀਏ। ਨੂੰ ਅਸੀਂ ਮਿਡਲ ਪੀਰੀਅਡ ਦੇਖਾਂਗੇ, ਜਿਸ ਨੂੰ ਸਾਇਲੈਂਟ ਈਅਰਸ ਵੀ ਕਿਹਾ ਜਾਂਦਾ। ਇਹ ਪਹਿਲਾ ਸਾਇਲੈਂਟ ਈਅਰ ਆਉਣਾ। ਅਸੀਂ ਮਿਡਲ ਸਮੇਂ ਨੂੰ ਥੋੜਾ ਜਿਹਾ ਦੇਖਾਂਗੇ ਕਿ ਉਹਦੇ ਵਿੱਚ ਕੀ ਕੁਛ ਹੋਇਆ, ਔਰ ਫਿਰ ਅਸੀਂ ਸਿੱਧੇ ਉਸ ਗੁਲਾਮੀ ਦੇ ਪੀਰੀਅਡ ਦੇ ਵਿੱਚ ਜਾਵਾਂਗੇ, ਜਦੋਂ ਪ੍ਰਭੂ ਦੇ ਲੋਕਾਂ ਨੂੰ ਗੁਲਾਮੀ ਦੇ ਵਿੱਚ ਦੀ ਲੰਘਣਾ ਪਿਆ। ਔਰ ਅਗਰ ਉਸ ਗੁਲਾਮੀ ਦੇ ਵਿੱਚ ਦੀ ਨਾ ਲੰਘਾਉਂਦਾ ਤਾਂ ਉਹਨਾਂ ਨੇ ਇਜਿਪਟ ਤੋਂ ਕਦੀ ਜਾਣਾ ਹੀ ਨਹੀਂ ਸੀ। ਅਗਰ ਉਹਨਾਂ ਦੁੱਖਾਂ ਦੇ ਵਿੱਚ ਨੂੰ ਨਾ ਲੰਘਾਉਂਦਾ ਤੇ ਉਹਨਾਂ ਨੇ ਜੋ ਪ੍ਰਭੂ ਨੇ ਉਹਨਾਂ ਲਈ ਰੱਖਿਆ ਸੀ, ਉਹਨਾਂ ਨੇ ਉੱਥੇ ਜਾਣਾ ਹੀ ਨਹੀਂ ਸੀ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ। ਕਈ ਵਾਰੀ ਪ੍ਰਭੂ ਨੂੰ ਚਸ਼ਮੇ ਸੁਕਾਉਣੇ ਪੈਂਦੇ ਆ ਤੇ ਅਸੀਂ ਉੱਥੋਂ ਤੁਰੀਏ। ਸੋ ਇਹ ਵੀ ਪ੍ਰਭੂ ਦਾ ਮਹਾਨ ਕੰਮ ਹੈ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਅਸੀਂ ਇਸ ਉਤਪਤ ਦਾ ਪ੍ਰਭੂ ਜੀ ਅੱਜ ਅਸੀਂ ਇਸ ਦੇ ਵਿੱਚੋਂ ਜੋ ਕੁਛ ਅਸੀਂ ਸਾਡੀਆਂ ਅੱਖਾਂ, ਸਾਡਾ ਮਨ, ਸਾਡੀ ਆਤਮਾ ਚੁਗ ਸਕਦੀ ਸੀ ਪ੍ਰਭੂ ਜੀ, ਅਸੀਂ ਚੁਗਿਆ। ਔਰ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਇਹ ਦੇਖੀ ਕਿ ਤੂੰ ਸਾਡਾ ਵਾਅਦੇ ਦਾ ਪਰਮੇਸ਼ਰ। ਧਰਤੀ ਤੇ ਅਸਮਾਨ ਬਦਲ ਜਾਂਦਾ ਪਰ ਤੇਰਾ ਵਾਅਦਾ ਨਹੀਂ ਬਦਲਦਾ। ਤੂੰ ਆਪਣੇ ਵਾਅਦੇ ਨੂੰ ਪੂਰਾ ਕਰਦਾ। ਪਰ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਅਸੀਂ ਵਾਅਦੇ ਦੇ ਸੰਤਾਨ, ਅਸੀਂ ਵਾਅਦੇ ਦੇ ਲੋਕ। ਉਹ ਵਾਅਦਾ ਜੋ ਉਸਨੂੰ ਦਿੱਤਾ ਗਿਆ ਸੀ ਕਿ ਤੂੰ ਧਰਤੀ, ਤੂੰ ਸਮੁੰਦਰ ਪਈ ਰੇਤ ਨੂੰ ਗਿਣ, ਅਸਮਾਨ ਦੇ ਤਾਰਿਆਂ ਨੂੰ ਗਿਣ, ਤੇਰੀ ਸੰਤਾਨ ਇੰਨੀ ਹੋਏਗੀ। ਔਰ ਪ੍ਰਭੂ ਜੀ, ਅਸੀਂ ਅਡਾਪਸ਼ਨ ਦੀ ਸੰਤਾਨ, ਸਾਨੂੰ ਗੋਦੀ ਲਿਆ ਗਿਆ, ਪਰ ਅਸੀਂ ਅਬਰਾਹਮ ਦੀ ਸੰਤਾਨ ਕੋਲ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਕਿ ਉਹਨਾਂ ਤਾਰਿਆਂ ਨੂੰ ਪ੍ਰਭੂ ਜੀ ਅਸੀਂ ਪੂਰਾ ਕਰਦੇ ਹਾਂ। ਉਹ ਰੇਤ ਦੀਆਂ ਕਿਣਕਿਆਂ ਨੂੰ ਅਸੀਂ ਪੂਰਾ ਕਰਦੇ ਹਾਂ, ਜੋ ਯਿਸੂ ਮਸੀਹ ਦੇ ਰਾਹੀਂ ਅਬਰਾਹਮ ਦੀ ਸੰਤਾਨ ਬਣੀ, ਪਰਮੇਸ਼ਵਰ ਦੀ ਸੰਤਾਨ ਬਣੀ।
ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਬਾਕੀ ਦਾ ਸਮਾਂ ਤੂੰ ਸਾਡੇ ਨਾਲ ਬਣਿਆ ਰਹੇ, ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ। ਸਾਡੀਆਂ ਅੱਖਾਂ, ਸਾਡਾ ਮਨ, ਸਾਡਾ ਦਿਲ ਪ੍ਰਭੂ ਜੀ ਤੂੰ ਆਪਣੇ ਵੱਲ ਲਾ ਕੇ ਆਪਣੇ ਬੱਚਿਆਂ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦੇ ਔਰ ਆਪਣੀਆਂ ਆਤਮਾਵਾਂ ਨੂੰ ਅਸੀਂ ਤੇਰੇ ਹੱਥਾਂ 'ਚ ਦਿੰਦੇ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਰਾਖੀ, ਤੇਰਾ ਰਹਿਮ, ਤੇਰਾ ਪਿਆਰ, ਤੇਰੀ ਦਇਆ ਸਾਡੇ ਸਭ ਦੇ ਨਾਲ ਬਣੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਸਾਰੇ ਭੈਣ ਭਰਾ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ। ਟਿਊਜ਼ਡੇ ਨੂੰ ਮਿਲਾਂਗੇ ਔਰ ਟਿਊਜ਼ਡੇ ਨੂੰ ਅਸੀਂ ਕੋਚ ਦੀ ਪੁਸਤਕ ਦੇ ਵਿੱਚੋਂ ਸ਼ੁਰੂ ਕਰਾਂਗੇ ਔਰ ਮਿਡਲ ਪੀਰੀਅਡ ਨੂੰ ਦੇਖਾਂਗੇ। ਬਲੈਸ ਯੂ।